ਸਮਿਆਂ ਨੂੰ ਰੁਸ਼ਨਾਈਏ, घर घर तक संदेश पहुँचाइए। गुरु मान्यो ग्रंथ गुरु दा, दुनिया नू इतिहास सुनाइए, दुनिया नू इतिहास सुनाइए। बाणी गुरु गुरु है बाणी, विच बाणी अमृत सारै, गुरबाणी कहे सेवक जन मानै, परतख गुरु निस्तारै, परतख गुरु निस्तारै। हाँ भाई, रारे तो शब्द पड़ेगा फतेह सिंह हाउस। राखा एक हमारा स्वामी, सगल कटा का अंतर्जामी, राखा एक हमारा स्वामी, सगल कटा का अंतर्जामी। शाबाश। माँ तो गाएगा जोरावर सिंह हाउस। मेरो सुंदर कहो मिले कित गली, हर के संत बताव हमार्ग, ओ पीछे लाग चली। हुन ला तो शब्द गाएगा फतेह सिंह हाउस। लोग जाने गीत है तो ब्रह्म विचार, लोग जाने गीत है तो ब्रह्म विचार। 300 साल गुरु दे नाल, 300 साल गुरु दे नाल, हर वेला हर दम गुरु दे नाल, हर वेला हर दम गुरु दे नाल, 300 साल गुरु दे नाल। मैडम जी यह क्यों गा रहे ने 300 साल गुरु दे नाल? शाबाश। सियाणियां दा कथन है कि ज्ञान दा विकास उस समय हुंदा है जद मन विच प्रश्न पैदा होवे। पर जी ते ना विकासदीप सिंह है। ओ चुप भाई, मैडम जी गल करा लगे सी। हाँ बच्चों, इस साल 300 साला श्री गुरु ग्रंथ साहब जी दा गुरता गद्दी दिवस है। ओ किवें? दसम पिता श्री गुरु गोबिंद सिंह जी ने सचखंड प्याना करन तो पहला अक्तूबर 1708 ईस्वी नू देहधारी परंपरा खत्म करके खालसा पंथ नू हुक्म कीता सी। की हुक्म कीता सी? अब मेरा जाहरा रूप श्री गुरु ग्रंथ साहब जी को जानना। इसे लिए असी संगती रूप विच जो शब्द गाउने आ, उस दा भावार्थ एहो है। भला केड़ा शब्द गाउने आ? आज्ञा पई अकाल की, तबे चलायो पंथ, सब सिखन को हुक्म है, गुरु माने ओ ग्रंथ, गुरु माने ओ ग्रंथ। ਹੁਣ ਆਪਾਂ ਅਜਾਇਬ ਘਰ ਦੇਖਦੇ ਹਾਂ, ਜਿੱਥੇ ਅਸੀਂ ਬਹੁਤ ਸਾਰਾ ਇਤਿਹਾਸ ਤਸਵੀਰਾਂ ਰਾਹੀਂ ਦੇਖਾਂਗੇ ਅਤੇ ਸਵਾਲ ਜਵਾਬ ਰਾਹੀਂ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ। मेरा विरसा मेरा विश्वास है, मेरा धर्म मेरा इतिहास है, मेरा विरसा मेरा विश्वास है, मेरा मान मेरा तान, मेरी रास है, मेरा मान मेरा तान, मेरी रास है, मैं जिंदड़ी कोल दियां ए अजब जिहा कर वेखो,
ਤਸਵੀਰਾਂ ਬੋਲਦੀਆਂ ਇਹ ਅਜਬ ਜਿਹਾ ਕਰ ਵੇਖੋ ਤਸਵੀਰਾਂ ਬੋਲਦੀਆਂ। ਬੇਟੇ ਸਿੱਖ ਧਰਮ ਦੇ ਬਾਨੀ ਕੌਣ ਹਨ? ਜੀ ਸ਼੍ਰੀ ਗੁਰੂ ਨਾਨਕ ਦੇਵ ਜੀ, ਨਾਲੇ ਉਹਨਾਂ ਦਾ ਚਿੱਤਰ ਵੀ 1 ਨੰਬਰ ਤੇ ਹੈ। ਤੇ ਗੁਰੂ ਜੀ ਨੇ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਦਿਆਂ ਕਿੰਨੀਆਂ ਉਦਾਸੀਆਂ ਕੀਤੀਆਂ? ਜੀ 4 ਆ 4 ਉਦਾਸੀਆਂ ਦਾ ਨਕਸ਼ਾ ਕਿੰਨਾ ਸਿੱਖਿਆਦਾਇਕ ਹੈ। ਹੁਣ ਇੱਕ ਗੰਭੀਰ ਸਵਾਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ? ਮੈਡਮ ਜੀ ਮੈਂ ਦੱਸਾਂ? ਹਾਂ ਬੇਟਾ ਦੱਸੋ। ਮੇਰੇ ਪਾਪਾ ਜੀ ਨੇ ਦੱਸਿਆ ਸੀ ਕਿ ਜਦ ਸਿੱਧ ਮੰਡਲੀ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਕਵਣ ਗੁਰੂ ਜਿਸਕਾ ਤੂੰ ਚੇਲਾ, ਤਾਂ ਫਿਰ ਗੁਰੂ ਜੀ ਨੇ ਕੀ ਉੱਤਰ ਦਿੱਤਾ? ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਾਬਾਸ਼। ਦੇਖੋ ਬੱਚਿਓ, ਜਿਨ੍ਹਾਂ ਦੇ ਮਾਤਾ-ਪਿਤਾ ਘਰ ਵਿੱਚ ਗਿਆਨ ਤੇ ਧਰਮ ਕਰਮ ਦੀਆਂ ਗੱਲਾਂ ਬੱਚਿਆਂ ਨੂੰ ਦੱਸਦੇ ਹਨ, ਉਹਨਾਂ ਦਾ ਗਿਆਨ ਬਹੁਤ ਵੱਧਦਾ ਹੈ। ਇਹ ਦੋਨੋਂ ਭੈਣ ਭਰਾ ਵਧੀਆ ਉੱਤਰ ਦਿੰਦੇ ਆ। ਮੈਡਮ ਜੀ ਸਾਡੇ ਘਰ ਵਿੱਚ ਨਿਤਨੇਮ ਦੀਆਂ ਬਾਣੀਆਂ ਜ਼ਰੂਰ ਪੜੀਆਂ ਜਾਂਦੀਆਂ ਨੇ। ਮੈਂ ਤਾਂ ਕਹਿੰਨੀ ਆ ਕਿ ਨਿਤ ਦਾ ਕਰਮ ਹੀ ਚੰਗੇ ਜੀਵਨ ਦਾ ਆਧਾਰ ਬਣਦਾ ਹੈ। ਤੇ ਨਿਤਨੇਮ ਦੀਆਂ ਬਾਣੀਆਂ ਸਾਨੂੰ ਕੰਠ ਨੇ। ਪਰ ਇਹ ਕੰਠ ਕੀ ਹੁੰਦਾ ਹੈ? ਜ਼ੁਬਾਨੀ ਯਾਦ ਕਰਨਾ। ਪਰ ਬਾਣੀ ਜ਼ੁਬਾਨੀ ਕਿਵੇਂ ਯਾਦ ਹੁੰਦੀ ਹੈ? ਦੱਸੋ ਬਈ, ਤੁਹਾਨੂੰ ਕਿਵੇਂ ਯਾਦ ਹੋਈ? ਜੀ ਅਸੀਂ ਪਹਿਲਾਂ ਬਾਬਾ ਜੀ ਪਾਸੋਂ ਸੰਥਿਆ ਲਈ ਭਾਵ ਸ਼ੁੱਧ ਬਾਣੀ ਪੜ੍ਹਨੀ ਸਿੱਖੀ ਤੇ ਫਿਰ ਬਿਨਾਂ ਨਾਗਾ ਰੋਜ਼ ਪੜ੍ਹਦਿਆਂ ਯਾਦ ਹੋ ਗਈ। ਵੇਖਿਆ, ਜਦ ਵਿਚਾਰ ਚਰਚਾ ਕਰੀਏ ਤਾਂ ਕਿੰਨੇ ਸਵਾਲਾਂ ਦੇ ਜਵਾਬ ਮਿਲ ਗਏ। ਤੇ ਹੁਣ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਿਓ। ਮੈਡਮ ਜੀ ਇਸ ਤਸਵੀਰ ਦਾ ਕੀ ਭਾਵ ਹੈ? ਇਹ ਚਿੱਤਰ ਉਸ ਸਮੇਂ ਦਾ ਇਤਿਹਾਸ ਦੱਸਦਾ ਹੈ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਨਾਲ ਗੁਰਬਾਣੀ ਦੀ ਪੋਥੀ ਵੀ ਸੌਂਪਦੇ ਨੇ। ਮੈਡਮ ਜੀ ਫਿਰ ਇਸ ਦਾ ਭਾਵ ਇਹ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਦਾ ਕਾਰਜ ਇੱਥੋਂ ਹੀ ਸ਼ੁਰੂ ਹੋ ਗਿਆ ਸੀ। ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਸੱਚੇ ਧਰਮ ਦਾ ਪ੍ਰਚਾਰ ਕਰਦਿਆਂ ਆਪਣੇ ਤੋਂ ਪਹਿਲਾਂ ਹੋਏ ਸੰਤਾਂ ਭਗਤਾਂ ਦੀ ਬਾਣੀ ਵੀ ਜਗ੍ਹਾ ਤੋਂ ਇਕੱਤਰ ਕੀਤੀ। ਤੇ ਗੁਰੂ ਜੀ ਦੀ ਆਪਣੀ ਰਚਿਤ ਬਾਣੀ ਵੀ ਇਸੇ ਵਿੱਚ ਸ਼ਾਮਿਲ ਸੀ। ਇਸ ਤੋਂ ਬਾਅਦ ਕੀ ਹੋਇਆ? ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਜੋ ਬਾਣੀ ਰਚੀ, ਉਹ ਵੀ ਪੋਥੀ ਰੂਪ ਵਿੱਚ ਸਾਂਭੀ ਗਈ। ਕਿਹਾ ਜਾਂਦਾ ਹੈ ਕਿ ਇਸ ਬਾਣੀ ਦਾ ਗਾਇਨ ਵੀ ਪ੍ਰਚਲਿਤ ਹੋ ਗਿਆ। ਤੇ ਪਾਪਾ ਜੀ ਇਤਿਹਾਸ ਸੁਣਾਉਂਦੇ ਸਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤਾਂ ਇਸ ਦੇ ਛੋਟੇ-ਛੋਟੇ ਗੁਟਕੇ ਤਿਆਰ ਕਰਕੇ ਸੰਗਤਾਂ ਵਿੱਚ ਹੋਰ ਪ੍ਰਚਾਰਿਆ। ਇਸੇ ਤਰ੍ਹਾਂ ਤੀਸਰੇ ਤੇ ਚੌਥੇ ਪਾਤਸ਼ਾਹ ਦੀ ਬਾਣੀ ਪੰਜਵੇਂ ਪਾਤਸ਼ਾਹ ਤੱਕ ਇਕੱਤਰ ਹੋਈ। ਮੈਡਮ ਜੀ ਪੰਚਮ ਪਾਤਸ਼ਾਹ ਜੀ ਦੇ ਸਮੇਂ ਤੱਕ ਕਾਫੀ ਬਾਣੀ ਇਕੱਤਰ ਹੋ ਗਈ ਹੋਵੇਗੀ। ਪੰਚਮ ਪਾਤਸ਼ਾਹ ਜੀ ਦੀ ਆਪਣੀ ਬਾਣੀ ਵੀ ਵੱਡਕਾਰੀ ਹੈ। ਆਹ ਤਸਵੀਰ ਦੇਖੋ, ਭਲਾ ਇਸ ਦਾ ਕੀ ਭਾਵ ਹੈ? ਇੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦੋਹਿਤਾ ਬਾਣੀ ਦਾ ਬੋਹਿਤਾ ਕਹਿ ਕੇ ਪਿਆਰ ਦਿੱਤਾ ਸੀ। ਸ਼ਾਬਾਸ਼। ਮੈਡਮ ਜੀ ਕੀ ਗੁਰੂ ਸਾਹਿਬਾਂ ਨੇ ਵੱਖ-ਵੱਖ ਨਾਵਾਂ ਹੇਠ ਬਾਣੀ ਰਚੀ? ਨਹੀਂ ਬੱਚੇ, 10 ਗੁਰੂ ਸਾਹਿਬਾਨ ਇੱਕ ਜੋਤ ਸਨ, ਨਾਨਕ ਜੋਤ। ਇਸ ਲਈ ਗੁਰੂ ਸਾਹਿਬਾਂ ਦੀ ਬਾਣੀ ਵਿੱਚ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, 9ਵਾਂ ਤਾਂ ਆਉਂਦਾ ਹੈ, ਪਰ ਸਮੁੱਚੀ ਬਾਣੀ ਵਿੱਚ ਬਤੌਰ ਰਚਨਕਾਰ ਨਾਨਕ ਛਾਪ ਹੀ ਆਉਂਦੀ ਹੈ। ਦੇਖੋ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਪੁਰਾਤਨ ਰੂਪ। ਪੰਚਮ ਪਾਤਸ਼ਾਹ ਜੀ ਦੇ ਸਮੇਂ ਜਿਸ ਦੀ ਸਿਰਜਣਾ 1601 ਈਸਵੀ ਵਿੱਚ ਹੋਈ ਤੇ ਗੁਰੂ ਜੀ ਨੇ ਅਗੰਮੀ ਰਸ ਵਿੱਚ ਫਰਮਾਇਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਹਾਂ ਸੱਚਮੁੱਚ ਇਹੋ ਜਿਹਾ ਹੋਰ ਸਥਾਨ ਕਿਤੇ ਹੈ ਵੀ ਨਹੀਂ। ਸੰਸਾਰ ਦਾ ਮਹਾਨ ਅਜੂਬਾ ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਹੀ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ। ਸਿੱਖੀ ਦਾ ਕੇਂਦਰੀ ਸਥਾਨ ਜਿੱਥੇ ਸਦਾ ਹੀ ਅੰਮ੍ਰਿਤ ਰਸ ਝਰਦਾ ਹੈ। ਮੈਡਮ ਜੀ ਇਸ ਚਿੱਤਰ ਦਾ ਇਤਿਹਾਸ ਕੀ ਹੈ? ਹਾਂ, ਪੰਚਮ ਪਾਤਸ਼ਾਹ ਜੀ ਨੇ ਜਦ ਮਹਿਸੂਸ ਕੀਤਾ ਕਿ ਕੁਝ ਚਤਰ ਤੇ ਸਵਾਰਥੀ ਲੋਕ ਇਲਾਹੀ ਬਾਣੀ ਪ੍ਰਤੀ ਭੁਲੇਖੇ ਪੈਦਾ ਕਰ ਰਹੇ ਹਨ, ਤਾਂ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਸ਼ੁਰੂ ਕੀਤਾ। ਮੈਡਮ ਜੀ ਉਹ ਕਿਸ ਤਰ੍ਹਾਂ? ਸ੍ਰੀ ਅੰਮ੍ਰਿਤਸਰ ਰਾਮਸਰ ਦੇ ਸਥਾਨ ਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ
ਗੁਰਬਾਣੀ ਦੀ 22ਵੀਂ ਤਰਤੀਬ ਦਿੱਤੀ ਗਈ। ਤੇ ਇਸ ਤਸਵੀਰ ਵਿੱਚ ਗੁਰੂ ਜੀ ਬਾਣੀ ਮੁਖੋਂ ਉਚਾਰ ਰਹੇ ਨੇ ਤੇ ਭਾਈ ਗੁਰਦਾਸ ਜੀ ਕਲਮ ਬੰਦ ਕਰ ਰਹੇ ਨੇ। ਭਾਈ ਗੁਰਦਾਸ ਜੀ ਕੌਣ ਸਨ? ਭਾਈ ਗੁਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਸਨ, ਜੋ ਬਹੁਤ ਵਿਦਵਾਨ ਸਨ ਤੇ ਉਹਨਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਸਤਿਕਾਰਿਆ ਜਾਂਦਾ ਹੈ। ਫਿਰ ਸ਼੍ਰੀ ਆਦਿ ਗ੍ਰੰਥ ਵਿੱਚ ਕਿੰਨਾ ਦੀ ਬਾਣੀ ਦਰਜ ਹੋਈ? ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਪਹਿਲੇ 5 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ ਕੁਝ ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਗਈ। ਇਹ ਮਹਾਨ ਕਾਰਜ ਅਗਸਤ 1604 ਈਸਵੀ ਨੂੰ ਸੰਪੂਰਨ ਹੋਇਆ। ਮੈਡਮ ਜੀ, ਇਸ ਤਸਵੀਰ ਦਾ ਕੀ ਭਾਵ ਹੈ? ਜਦ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਤਾਂ ਬਾਬਾ ਬੁੱਢਾ ਜੀ ਨੇ ਸੀਸ ਤੇ ਸਰੂਪ ਸੁਭਾਇਮਾਨ ਕੀਤਾ ਤੇ ਗੁਰੂ ਜੀ ਚੌਰ ਦੀ ਸੇਵਾ ਕਰ ਰਹੇ ਨੇ ਤੇ ਸਭ ਸੰਗਤ ਸ੍ਰੀ ਹਰਿਮੰਦਰ ਸਾਹਿਬ ਵੱਲ ਜਾ ਰਹੀ ਹੈ। ਫਿਰ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਤੇ ਦੱਸੋ, ਪਹਿਲੇ ਮਹਾਨ ਗ੍ਰੰਥੀ ਕੌਣ ਸਨ? ਇਸ ਦਾ ਮੈਨੂੰ ਪਤਾ ਹੈ। ਭਲਾ ਕੌਣ? ਧੰਨ ਧੰਨ ਬਾਬਾ ਬੁੱਢਾ ਜੀ। ਤੇ ਪਹਿਲਾ ਪ੍ਰਕਾਸ਼ ਕਰਨ ਸਮੇਂ ਹੁਕਮਨਾਮਾ ਕੀ ਆਇਆ? ਸੂਹੀ ਮਹੱਲਾ 5ਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਰਾਤ ਸਮੇਂ ਕੋਠਾ ਸਾਹਿਬ ਵਿਖੇ ਪਲੰਘ ਉੱਤੇ ਹੁੰਦਾ ਸੀ ਤੇ ਪੰਚਮ ਪਾਤਸ਼ਾਹ ਜੀ ਹੇਠਾਂ ਧਰਤੀ ਤੇ ਆਸਨ ਲਾ ਕੇ ਪੈਂਦੇ ਸਨ। ਦੱਸੋ, ਇਸ ਦੀ ਭਾਵਨਾ ਕੀ ਹੈ? ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਉੱਤਮ ਹੈ ਤੇ ਸਿੱਖ ਨੇ ਨਿਮਰਤਾ ਤੇ ਹਲੀਮੀ ਨਾਲ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿਣਾ ਹੈ। ਫਿਰ ਨਵੇਂ ਪਾਤਸ਼ਾਹ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਵੇਂ ਦਰਜ ਹੋਈ? ਹਾਂ, ਇਹ ਤਸਵੀਰ ਦੇਖੋ। ਜੰਗਾਂ ਤੇ ਯੁੱਧਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਕੁਝ ਸਮਾਂ ਵਿਸ਼ਰਾਮ ਕੀਤਾ। ਹਾਂ, ਜਿੱਥੇ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਹੈ। ਇੱਥੇ ਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਬਾਣੀ ਲਿਖਵਾਉਂਦੇ ਗਏ ਤੇ ਭਾਈ ਮਣੀ ਸਿੰਘ ਜੀ ਲਿਖਦੇ ਗਏ। ਫਿਰ ਇੱਥੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ। ਹਾਂ ਬੇਟੇ, ਦਸਮ ਪਿਤਾ ਜੀ ਨੇ ਤਰਤੀਬ ਵਿੱਚ 9ਵੀਂ ਨਾਨਕ ਜੋਤ ਦੀ ਬਾਣੀ ਦਰਜ ਕਰਵਾਈ। ਤੇ ਦਸਮ ਪਿਤਾ ਜੀ ਦੀ ਆਪਣੀ ਬਾਣੀ? ਉਹ ਦਸਮ ਗ੍ਰੰਥ ਵਿੱਚ ਦਰਜ ਹੈ, ਜੋ ਨਿਤਨੇਮ ਤੇ ਅੰਮ੍ਰਿਤ ਸੰਚਾਰ ਸਮੇਂ ਦੀਆਂ ਬਾਣੀਆਂ ਹਨ। ਜਾਪ ਸਾਹਿਬ, ਸਵਈਏ ਤੇ ਚੌਪਈ ਇਹ ਦਸਮ ਗ੍ਰੰਥ ਵਿੱਚ ਹਨ। ਇਸ ਤੋਂ ਇਲਾਵਾ ਹੋਰ ਵੀ ਮਹਾਨ ਰਚਨਾਵਾਂ ਹਨ। ਤੇ ਦਮਦਮਾ ਸਾਹਿਬ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁਣ ਵਾਲਾ ਸੰਪੂਰਨ ਸਰੂਪ ਸੀ? ਹਾਂ, ਇਸੇ ਸੰਪੂਰਨ ਸਰੂਪ ਨੂੰ ਹੀ ਗੁਰੂ ਜੀ ਨੇ ਅਕਤੂਬਰ 1708 ਈਸਵੀ ਵਿੱਚ ਨੰਦੇੜ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਗੁਰਤਾ ਗੱਦੀ ਬਖਸ਼ ਕੇ ਪੰਥ ਨੂੰ ਹੁਕਮ ਕੀਤਾ ਸੀ। ਅੱਜ ਤੋਂ ਸਾਡੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਇਸੇ ਲਈ ਅਸੀਂ ਸੰਗਤੀ ਰੂਪ ਵਿੱਚ ਗਾਉਂਦੇ ਹਾਂ। ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ ਵਿੱਚ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹੀ 10ਵੇਂ ਜਾਮੇ ਵਿੱਚ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦ੍ਰਿੜ ਕਰਵਾਇਆ ਕਿ ਅੱਜ ਤੋਂ ਬਾਅਦ ਹੋਰ ਕਿਸੇ ਦੇਹਧਾਰੀ ਗੁਰੂ ਨੂੰ ਨਹੀਂ ਮੰਨਣਾ। ਪਰ ਮੈਡਮ ਜੀ, ਸਾਡੇ ਸਮਾਜ ਵਿੱਚ ਤਾਂ ਕਈ ਦੇਹਧਾਰੀ ਲੋਕ ਆਪਣੇ ਸਰੀਰਾਂ ਦੀ ਪੂਜਾ ਕਰਵਾਉਂਦੇ ਹਨ। ਬੱਚਿਓ, ਇਹ ਗੁਰੂ ਦੇ ਵਾਰਿਸ ਸੁਚੇਤ ਹੋਣ ਤੇ ਗੁਰੂ ਜੀ ਦਾ ਹੁਕਮ ਮੰਨ ਕੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਦੇ ਸਰੀਰ ਦੀ ਪੂਜਾ ਨਾ ਕਰਨ। ਵੇਖੋ, ਆ ਤਸਵੀਰ ਇਹੋ ਹੀ ਸੁਨੇਹਾ ਦਿੰਦੀ ਹੈ। ਦਸਮ ਪਾਤਸ਼ਾਹ ਜੀ ਨੇ ਹੋਰ ਕੀ ਹੁਕਮ ਕੀਤੇ ਸਨ? ਬਈ 3 ਸਿਧਾਂਤਾਂ ਉੱਪਰ ਮੇਰਾ ਖਾਲਸਾ ਪਰਪੱਕ ਰਹੇ। 3 ਸਿਧਾਂਤ ਕਿਹੜੇ? पूजा अकाल की, पर्चा शब्द का, दीदार खालसे का। इस तो की भाव है? पूजा अकाल की भाव सिख एक अकाल दा नाम सिमरेगा, होर किसे दी पूजा नहीं करेगा। जिवें लोग पत्थर मूर्ति, रुख, जीव जंतु, सूरज चंद्रमा, देवी देवते जां ग्रह नक्षत्रां दी पूजा करदे आ, पर सिख एक अकाल दा पुजारी है ते केवल गुरबाणी दा सिमरन करेगा। जे कोई गुरबाणी नहीं पढ़दा तां? देखो बच्चे, गुरबाणी पढ़न नाल साडा ज्ञान वधदा है ते मन विच निमरता आउंदी है। इसलिए सानू नितनेम दीयां बाणीਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਤੇ ਦੀਦਾਰ ਖਾਲਸੇ ਕਾ ਤੋਂ ਕੀ ਭਾਵ? ਸਿੱਖ ਸੰਗਤ ਨੇ ਕਿਹਾ ਸੀ ਕਿ ਗੁਰੂ ਜੀ ਜੇਕਰ ਤੁਹਾਡੇ ਦੀਦਾਰ ਕਰਨ ਦੀ ਲੋਚਾ ਜਾਗੇ, ਮਨ ਵਿਰਾਗ ਵਿੱਚ ਹੋਵੇ ਤਾਂ ਕਿਸ ਦੇ ਦਰਸ਼ਨ ਕਰਾਂਗੇ? ਤੇ ਗੁਰੂ ਜੀ ਨੇ ਫਰਮਾਇਆ, ਦੀਦਾਰ ਖਾਲਸੇ ਕਾ, ਖਾਲਸੇ ਦੇ ਦਰਸ਼ਨਾਂ ਵਿੱਚੋਂ ਮੇਰੇ ਦਰਸ਼ਨ ਹੋਣਗੇ। ਗੁਰਦੁਆਰਾ ਸਾਹਿਬ ਵਾਲੇ ਬਾਬਾ ਜੀ ਇੱਕ ਹੋਰ ਗੱਲ ਵੀ ਸੁਣਾਉਂਦੇ ਹੁੰਦੇ ਆ ਕਿ ਸਿੱਖਾਂ ਨੇ ਫਿਰ ਕਿਹਾ, ਜੇ ਤਿਆਰ ਬਰ ਤਿਆਰ ਖਾਲਸਾ ਨਾ ਮਿਲੇ ਤਾਂ ਫਿਰ ਸ਼ੀਸ਼ੇ ਵਿੱਚੋਂ ਆਪਣੀ ਤਸਵੀਰ ਦੇਖਣੀ, ਤੁਹਾਡੇ ਚਿਹਰੇ ਵਿੱਚੋਂ ਮੈਂ ਪ੍ਰਗਟ ਰੂਪ ਦਿਸਾਂਗਾ। ਪਰ ਜਿਹੜੇ ਸਿੱਖ ਸਿੱਖੀ ਸਰੂਪ ਵਿੱਚ ਪੂਰੇ ਨਹੀਂ, ਇਹੋ ਹੀ ਤਾਂ ਰਮਜ਼ ਹੈ ਕਿ ਮੇਰੇ ਵਾਰਸੋ,
ਤੁਸੀਂ ਸਿੱਖੀ ਸਰੂਪ ਵਿੱਚ ਪੂਰੇ ਸੂਰੇ ਰਹੇ ਹੋ। ਮੇਰੇ ਵਰਗਾ ਤੁਹਾਡਾ ਸਰੂਪ ਜ਼ਰੂਰ ਰਹੇ ਤਾਂ ਹਰ ਮੈਦਾਨ ਫਤਿਹ ਹੋਵੇਗੀ। ਆ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ। ਇਹ ਪਹਿਲਾਂ ਬੈਰਾਗੀ ਸਨ, ਪਰ ਅੰਮ੍ਰਿਤ ਛਕ ਕੇ ਜਦ ਸਿੰਘ ਸੱਜੇ ਤਾਂ ਖਾਲਸੇ ਦਾ ਜਾਹੋ ਜਲਾਲ ਦੇਖੋ। ਇਹਨਾਂ ਨੇ ਜਾਬਰਾਂ ਤੇ ਜ਼ਾਲਮਾਂ ਨੂੰ ਸੋਧਿਆ ਤੇ ਖਾਲਸਾ ਰਾਜ ਕਾਇਮ ਕੀਤਾ। ਗੁਰੂ ਜੀ ਦੀ ਬਖਸ਼ਿਸ਼ ਦਾ ਮਹਾਨ ਪਾਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੋ, ਹੁਣ ਵੇਲਾ ਆ ਗਿਆ ਹਥਿਆਰ ਚੁੱਕਣ ਦਾ ਤੇ ਮੁਗਲਾਂ ਦੇ ਅਤਿਆਚਾਰ ਦਾ ਜਵਾਬ ਦੇਣ ਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਚਲੋ ਸਿੰਘੋ, ਸਰਹੰਦ ਵੱਲ ਕੂਚ ਕਰੀਏ ਤੇ ਮੁਗਲਾਂ ਦੇ ਇਸ ਵੱਡੇ ਮੁਕਾਮ ਨੂੰ ਫਤਿਹ ਕਰੀਏ। ਇਹ ਵੀ ਤਾਂ ਖਾਲਸੇ ਦਾ ਦੀਦਾਰ ਹੀ ਹੈ। ਬਿਲਕੁਲ। ਫਿਰ ਮੈਡਮ ਜੀ, ਪਰਚਾ ਸ਼ਬਦ ਕਾ ਤੋਂ ਕੀ ਭਾਵ? ਬੇਟੇ, ਪਰਚੇ ਦਾ ਭਾਵ ਜਦ ਸਾਡੇ ਮਨ ਵਿੱਚ ਕੋਈ ਸ਼ੰਕਾ ਜਾਂ ਸਵਾਲ ਪੈਦਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਹੈ। ਇਸ ਵਿਸ਼ੇ ਨੂੰ ਸਮਝੋ। ਜਿਵੇਂ ਮੈਂ ਤੁਹਾਨੂੰ ਸਵਾਲ ਕਰਦੀ ਹਾਂ ਕਿ ਕੀ ਸਿੱਖ ਸਿੱਖਣੀ ਨੂੰ ਮੰਗਲ, ਵੀਰ, ਸ਼ਨੀ ਆਦਿ ਦਿਨਾਂ ਦੇ ਚੰਗੇ ਮੰਦੇ ਹੋਣ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਨਹੀਂ? ਬਹੁਤ ਵਧੀਆ ਸਵਾਲ ਹੈ ਜੀ। ਹੁਣ ਇਹ ਪਰਚਾ ਜਾਂ ਪ੍ਰੀਖਿਆ ਹੈ ਕਿ ਅਸੀਂ ਕੀ ਉੱਤਰ ਦੇਣਾ ਹੈ। ਇਹਦਾ ਉੱਤਰ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਬਾਬਾ ਜੀ ਨੇ ਦੱਸਿਆ ਸੀ। ਹਾਂ, ਸ਼ਾਬਾਸ਼, ਦੱਸਿਆ ਸੀ। ਗੁਰਬਾਣੀ ਦਾ ਫਰਮਾਨ ਹੈ, ਥਿੱਤੀ ਵਾਰ ਸੇਵੈ ਮੁਗਧ ਗਵਾਰ। ਬਈ ਥਿੱਤਾਂ ਵਾਰਾਂ ਦੀ ਵਿਚਾਰ ਕਰਨ ਵਾਲਾ ਵੱਡਾ ਮੂਰਖ ਹੈ। ਸ਼ਾਬਾਸ਼। ਦੇਖੋ, ਸਵਾਲ ਦਾ ਜਵਾਬ ਮਿਲ ਗਿਆ ਨਾ। ਜੀ ਮੇਰਾ ਹਾਲ ਇਹ ਹੈ ਕਿ ਕਈ ਲੋਕ ਕਬਰਾਂ ਮੜੀਆਂ ਦੀ ਪੂਜਾ ਕਰਦੇ ਆ। ਇਹਨਾਂ ਦੀ ਪੂਜਾ ਠੀਕ ਹੈ ਕਿ ਗਲਤ ਹੈ? ਪਿਆਰੇ ਬੱਚਿਓ, ਕਬਰਾਂ ਮੜੀਆਂ ਦੀ ਪੂਜਾ ਸਿੱਖ ਸਿੱਖਣੀ ਨੇ ਨਹੀਂ ਕਰਨੀ, ਕਿਉਂਕਿ ਗੁਰੂ ਜੀ ਦਾ ਫਰਮਾਨ ਹੈ। ਕੀ ਫਰਮਾਨ ਹੈ? ਆ ਸ਼ਬਦ ਪੜੋ, ਦੁਬਿਧਾ ਨ ਪੜੋ, ਹਰ ਬਿਨ ਹੋਰ ਨ ਪੂਜੋ, ਮੜੇ ਮਸਾਨ ਨ ਜਾਈ। ਇੱਕ ਜੀ ਜਿਹੜੇ ਲੋਕ ਜੰਤਰਾ, ਮੰਤਰਾ, ਤੰਤਰਾ, ਧਾਗੇ ਤਵੀਤ, ਟੂਣੇ ਟਾਮਨ ਨੂੰ ਮੰਨਦੇ ਆ, ਇਸ ਸੰਬੰਧੀ ਗੁਰਬਾਣੀ ਦਾ ਕੀ ਹੁਕਮ ਹੈ? ਬਹੁਤ ਵਧੀਆ ਸਵਾਲ ਹੈ। ਗੁਰੂ ਸਾਹਿਬਾਂ ਨੇ ਸਪਸ਼ਟ ਕਿਹਾ ਹੈ, ਇਹ ਨਿਰੋਲ ਪਖੰਡ ਹੈ। ਆ ਸ਼ਬਦ ਪੜੋ, ਤੰਤ ਮੰਤ ਪਖੰਡ ਨ ਜਾਣਾ, ਰਾਮ ਹਿਰਦੈ ਮਨ ਮਾਨਿਆ। ਮੈਡਮ ਜੀ, ਮੇਰੇ ਚਾਚੀ ਜੀ ਵਰਤ ਰੱਖਦੇ ਐ, ਕੀ ਉਹ ਠੀਕ ਹੈ? ਨਹੀਂ, ਭੋਜਨ ਤਿਆਗ ਕੇ ਭਰਮ ਕਰਨਾ ਸਿੱਖੀ ਦਾ ਫਲਸਫਾ ਨਹੀਂ ਹੈ। ਗੁਰਬਾਣੀ ਵਿੱਚ ਇਸ ਨੂੰ ਛੋੜੈ ਅੰਨ ਕਰੈ ਪਖੰਡ ਕਿਹਾ ਹੈ। ਜੀ ਇਹ ਸਰਾਧਾਂ ਦੇ ਦਿਨਾਂ 'ਚ ਸਾਡੇ ਘਰ ਦੇ ਮੇਰੇ ਦਾਦਾ ਜੀ ਦਾ ਸਰਾਧ ਖਵਾਉਂਦੇ ਆ। ਬੇਟੇ, ਸਿੱਖਾਂ ਲਈ ਗੁਰਬਾਣੀ ਦਾ ਫੈਸਲਾ ਅਟੱਲ ਹੈ। ਜੀਵਤ ਪਿੱਤਰ ਨਾ ਮਾਣੇ ਕੋ ਮੂਏ ਸਰਾਧ ਕਰਾਈ। ਇਸ ਦਾ ਭਾਵ ਪਤਾ? ਨਹੀਂ। ਬਈ ਜਿਉਂਦੇ ਜੀ ਮਾਪਿਆਂ ਦੀ ਸੇਵਾ ਤੇ ਲੋਕ ਕਰਦੇ ਨਹੀਂ ਤੇ ਫਿਰ ਭਰਮ ਗ੍ਰਸੇ ਮੋਇਆਂ ਦੇ ਸਰਾਧ ਖਵਾਉਂਦੇ ਆ। ਜਿਵੇਂ ਮਰ ਗਿਆ ਤੁਹਾਡਾ ਦਾਦਾ, ਖੀਰ ਕੜਾ ਖਾ ਗਿਆ ਰੁਲਦੂ ਬਾਬਾ। ਤੇ ਇਹਨਾਂ ਵਰਗੇ ਰੁਲਦੂ ਹੋਰ ਵੀ ਬੜੇ ਨੇ, ਭਰਮਾਂ ਪਖੰਡਾਂ ਵਿੱਚ ਅੜੇ ਨੇ। ਚੁੱਪ ਬੇਟੇ, ਧਰਮ ਸਥਾਨਾਂ ਤੇ ਜਾਂ ਅਜਾਇਬ ਘਰ ਵਿੱਚ ਇਉਂ ਨਹੀਂ ਉੱਚੀ ਉੱਚੀ ਹੱਸੀ ਦਾ। ਮੈਡਮ ਜੀ, ਆ ਪੰਜਾਬ ਵਿੱਚ ਨਾਮਦਾਨ ਦੇਣ ਵਾਲੇ ਬੜੇ ਗੁਰੂ ਬਣੇ ਬੈਠੇ ਆ, ਕੀ ਆ ਠੀਕ ਆ? ਨਹੀਂ, ਇਹ ਤਾਂ ਗੁਰੂ ਦੇ ਸਿੱਖਾਂ ਨੂੰ ਗੁੰਮਰਾਹ ਕਰਕੇ ਗੁਰੂ ਗ੍ਰੰਥ ਤੇ ਪੰਥ ਤੋਂ ਤੋੜਿਆ ਜਾ ਰਿਹਾ ਹੈ। ਫਿਰ ਗੁਰਬਾਣੀ ਦਾ ਕੀ ਫੈਸਲਾ ਹੈ? ਗੁਰਬਾਣੀ ਦਾ ਫੈਸਲਾ ਸਪਸ਼ਟ ਹੈ ਕਿ ਹਰ ਕਾ ਨਾਮ ਧਿਆਏ ਸੁਣ, ਸਭਨਾ ਤੋਂ ਕਰ ਦਾਨ। ਇਸ ਦਾ ਭਾਵ ਕੀ ਹੈ? ਬਈ ਗੁਰਬਾਣੀ ਨੂੰ ਧਿਆਓ, ਸੁਣੋ ਤੇ ਅੱਗੇ ਪ੍ਰਚਾਰੋ, ਪਰ ਕੰਨਾਂ ਵਿੱਚ ਲੁਕੋ ਕੇ ਜੋ 5, 3 ਜਾਂ 1 ਅੱਖਰ ਦਿੰਦੇ ਆ ਤੇ ਆਪਣੀਆਂ ਤਸਵੀਰਾਂ ਦੀ ਪੂਜਾ ਕਰਵਾਉਂਦੇ ਆ, ਇਹ ਠੱਗੀ ਤੇ ਪਖੰਡ ਆ। ਮੈਡਮ ਜੀ, 100 ਹੱਥ ਰੱਸਾ ਸਿਰੇ ਤੇ ਗੰਢ ਕਿ ਸਾਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਉੱਤੇ ਦ੍ਰਿੜ ਰਹਿਣਾ ਚਾਹੀਦਾ ਹੈ। ਕਿਹੜਾ ਹੁਕਮ? ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਤੇ ਸਾਨੂੰ ਫਜ਼ੂਲ ਦੇ ਵਹਿਮਾਂ ਭਰਮਾਂ ਪਖੰਡਾਂ ਦਾ ਤਿਆਗ ਕਰਕੇ ਗੁਰਬਾਣੀ ਉੱਪਰ ਪੱਕਾ ਨਿਸ਼ਚਾ ਰੱਖਣਾ ਚਾਹੀਦਾ ਹੈ। ਉਹ ਮੈਡਮ ਜੀ, ਉਹ ਤੁਸੀਂ ਪੰਕਤੀ ਬੋਲਦੇ ਹੁੰਦੇ ਹੋ ਨਾ? ਲੈ ਭੁੱਲ ਵੀ ਗਈ। ਜਿਤੜੇ ਫਲ ਮਨ ਬਾਂਛੀ ਹੈ। ਉਹ ਹਾਂ, ਜਿਤੜੇ ਫਲ ਮਨ ਬਾਂਛੀ ਹੈ, ਤਿਤੜੇ ਸਤਿਗੁਰ ਪਾਸ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਮਰੱਥ ਹਨ ਤੇ ਸਾਡਾ ਪੱਕਾ ਨਿਸ਼ਚਾ।
ਗੁਰਬਾਣੀ ਉੱਪਰ ਹੀ ਹੋਣਾ ਚਾਹੀਦਾ ਹੈ ਤੇ ਸਾਰੀ ਕੌਮ ਪ੍ਰਣ ਕਰੇ ਕਿ ਅਸੀਂ ਭਰਮ ਪਖੰਡ ਜਾਂ ਦੇਹਧਾਰੀ ਬੰਦੇ ਤੇ ਨਹੀਂ ਸਗੋਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਨਿਸ਼ਚਾ ਰੱਖਣਾ ਹੈ ਤੇ ਬਾਣੀ ਦੇ ਪੱਕੇ ਧਾਰਨੀ ਹੋ ਕੇ ਸਿੱਖੀ ਦਾ ਪਰਚਮ ਬੁਲੰਦ ਕਰਨਾ ਹੈ। ਇਹੋ ਹੀ 300 ਸਾਲਾ ਗੁਰਤਾ ਗੱਦੀ ਦਾ ਸੰਦੇਸ਼ ਹੈ। ਆਓ ਹੁਣ ਆਪਾਂ ਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਸੰਗਤ ਦਾ ਆਨੰਦ ਮਾਣੀਏ।